ਕਿਸ਼ਤ 91ਵੀਂ। ਮੈਂ ਵਕੀਲ ਨੂੰ ਮਜ਼ਾਕ ਨਾਲ ਆਖਿਆ, ਅੱਧੀ ਛੁੱਟੀ ਸਾਡੇ ਸਕੂਲ ਆ ਜਾਇਆ ਕਰੋ, ਤੁਹਾਨੂੰ ਮਿਡ ਡੇ ਮੀਲ 'ਚੋਂ ਰੋਟੀ ਖਵਾ ਦਿਆ ਕਰਾਂਗੇ। ਉਹ ਵੀ ਤਾਂ ਗਰੀਬ ਜਵਾਕਾਂ ਲਈ ਬਣਦਾ। ਜੇ ਇੱਕ ਗਰੀਬ ਵਕੀਲ ਖਾ ਲਵੇਗਾ ਤਾਂ ਉੱਥੇ ਕੀ ਲੋਹੜਾ ਪੈ ਜਾਣਾ। ਮੇਰੀ ਗੱਲ ਸੁਣ ਕੇ ਉਹ ਬੋਲਿਆ, ਆ ਤਾਂ ਮੈਂ ਜਾਇਆ ਕਰਾਂਗਾ, ਪਰ ਇੱਕ ਬੰਦੇ ਨੂੰ ਮਿਡ ਡੇ ਮੀਲ ਵਿੱਚ ਵੱਧ ਵਾੜਨ ਦਾ ਮਤਲਬ ਹੈ ਕਿ ਤੁਸੀਂ ਹਰ ਬੱਚੇ ਦੀ ਥਾਲੀ ਵਿੱਚੋਂ ਕੁਝ ਨਾ ਕੁਝ ਹਿੱਸਾ ਚੁੱਕ ਕੇ ਮੈਨੂੰ ਪਰੋਸੋਗੇ। ਪਰ ਮੈਂ ਤਾਂ ਕਿਸੇ ਦਾ ਹੱਕ ਨਾ ਮਾਰਨ ਦੀ ਸਹੁੰ ਖਾਧੀ ਹੋਈ ਆ, ਇਸ ਲਈ ਮੈਂ ਗਰੀਬ ਬੱਚਿਆਂ ਦੇ ਹਿੱਸੇ ਦੀ ਰੋਟੀ ਖਾ ਨਹੀਂ ਸਕਦਾ। ਉਹਨਾਂ ਦਾ ਕੁਝ ਹਿੱਸਾ ਖਾਣਾ ਤਾਂ ਮੇਰੇ ਲਈ ਗਾਂ ਜਾਂ ਸੂਰ ਖਾਣ ਦੇ ਬਰਾਬਰ ਹੀ ਹੋਵੇਗਾ। ਇਸ ਲਈ ਮੈਂ ਤੁਹਾਡੇ ਸਕੂਲ ਕੇਵਲ ਮਿਡ ਡੇ ਮੀਲ ਖਾਣ ਲਈ ਨਹੀਂ ਆ ਸਕਦਾ। ਉਸ ਨੇ ਕਾਨੂੰਨੀ ਅਤੇ ਅਸੂਲੀ ਭਾਸ਼ਾ ਵਿੱਚ ਮੈਨੂੰ ਉੱਤਰ ਦਿੱਤਾ ਸੀ। ਮੈਂ ਸਿੱਧਾ ਸਵਾਲ ਕੀਤਾ, ਤੁਸੀਂ ਆਪਣੇ ਘਰ ਮਿਣ ਕੇ ਰੋਟੀਆਂ ਪਕਾਉਂਦੇ ਹੋ ਕਿ ਗਿਣ ਕੇ? ਵਕੀਲ ਬੋਲਿਆ, ਨਾ ਕਦੇ ਕੁਝ ਮਿਣਿਆ ਤੇ ਨਾ ਹੀ ਗਿਣਿਆ। ਮੈਂ ਹੱਸ ਕੇ ਆਖਿਆ, ਵੈਰੀ ਗੁੱਡ। ਜਦ ਸਾਡੇ ਦੇਸ਼ ਤੇ ਸਮਾਜ ਵਿੱਚ ਗਿਣ ਮਿਣ ਕੇ ਆਟਾ ਗੁੰਨਣ ਤੇ ਦਾਲ ਸਬਜ਼ੀ ਪਕਾਉਣ ਦਾ ਰਿਵਾਜ ਹੀ ਨਹੀਂ, ਤਾਂ ਫਿਰ ਸਾਡੇ ਮਹਿਕਮੇ ਨੂੰ ਕਿਉਂ ਇਹਨਾਂ ਗਿਣਤੀਆਂ ਮਿਣਤੀਆਂ ਵਿੱਚ ਉਲਝਾਇਆ ਜਾ ਰਿਹਾ? ਜਦ ਚੁੱਲ੍ਹੇ ਪੱਕਦੀ ਰੋਟੀ ਤੇ 2-4 ਪ੍ਰਾਹੁਣੇ ਆ ਵੀ ਜਾਣ ਤਾਂ ਸਾਡਾ ਸਮਾਜ ਕੋਈ ਵੀ ਮੱਥੇ ਵੱਟ ਨਹੀਂ ਪਾਉਂਦਾ। ਫਿਰ ਸਰਕਾਰੀ ਤੌਰ ਤੇ ਕਿਸੇ ਇੱਕ ਮਹਿਮਾਨ ਦੀਆਂ ਬੁਰਕੀਆਂ ਗਿਣਨ ਲਈ ਮਾਸਟਰ ਹੀ ਕਿਉਂ ਲਗਾਏ ਜਾਂਦੇ ਨੇ? ਜਦ ਸਰਕਾਰ ਨੇ ਆਖ ਹੀ ਦਿੱਤਾ ਕਿ ਭੁੱਖੇ ਬੱਚਿਆਂ ਨੂੰ ਰਜਾਉਣਾ, ਫਿਰ ਅੰਨ ਦੇ ਦਿਓ ਤੇ ਉਸ ਦਾ ਹਿਸਾਬ ਗ੍ਰਾਮਾਂ ਗਰੂਮਾਂ ਵਿੱਚ ਮੰਗਣ ਦੀ ਕੀ ਤੁੱਕ ਹੋਈ ਭਲਾ? ਚਲੋ ਬੱਚਿਆਂ ਦੇ ਹਿਸਾਬ ਨਾਲ ਮਹੀਨੇ ਦਾ ਮੰਗ ਲੈਣ, ਇਹ ਕੀ ਹੋਇਆ? ਹਰ ਦਿਨ ਦੀਆਂ ਬੁਰਕੀਆਂ ਦਾ ਹੀ ਹਿਸਾਬ ਦੇਈ ਚੱਲੋ। ਦੱਸੋ, ਆਪਣੇ ਘਰਾਂ 'ਚ ਆਪਾਂ ਆਟਾ ਤੋਲ ਕੇ ਗੁੰਨਦੇ ਹਾਂ? ਮੈਂ ਭਾਵੁਕ ਹੋਇਆ ਵਕੀਲ ਨੂੰ ਇਸ ਤਰ੍ਹਾਂ ਦੇ ਕਈ ਸਵਾਲ ਕਰ ਗਿਆ ਸਾਂ ਕਿ ਜਿਵੇਂ ਉਹ ਹੀ ਤੋਲਾ ਤੋਲਾ ਕਣਕ ਤੇ ਚੌਲਾਂ ਦਾ ਹਿਸਾਬ ਮੰਗ ਰਿਹਾ ਹੋਵੇ। ਗੱਲ ਤਾਂ ਤੇਰੀ ਸੱਚੀ ਹੈ, ਪਰ ਜਿਸ ਦਿਨ ਕਾਨੂੰਨੀ ਚੱਕਰ 'ਚ ਫਸ ਗਿਆ ਨਾ ਪੁੱਤ, ਤੂੰ ਆਪ ਹੀ ਮੰਨੇਗਾ ਕਿ 2 ਗ੍ਰਾਮ ਮੈਂ ਉਸ ਬੰਦੇ ਨੂੰ ਖਵਾਏ ਸੀ ਤੇ 3 ਗ੍ਰਾਮ ਮੈਂ ਆਪ ਵੀ ਖਾਧੇ ਸੀ। ਆਖਦਾ ਹੋਇਆ ਵਕੀਲ ਇਸ ਤਰ੍ਹਾਂ ਤਾੜੀ ਮਾਰ ਕੇ ਹੱਸਣ ਲੱਗ ਪਿਆ ਕਿ ਜਿਵੇਂ ਉਸ ਨੇ ਕਿਸੇ ਚੋਰ ਨੂੰ ਰੰਗੇ ਹੱਥੀਂ ਪਾੜ ਵਿੱਚੋਂ ਫੜ ਲਿਆ ਹੋਵੇ। ਕਿਸ਼ਤ 92ਵੀਂ। ਉਸ ਦੇ ਇੱਕਦਮ ਹੱਸੇ ਨਕਲੀ ਹਾਸੇ ਤੋਂ ਮੈਂ ਡਰ ਗਿਆ ਸਾਂ ਤੇ ਮੈਨੂੰ ਉਹ ਜ਼ਿਲ੍ਹਾ ਸਿੱਖਿਆ ਅਧਿਕਾਰੀ ਵੀ ਯਾਦ ਆਉਣ ਲੱਗ ਪਿਆ ਸੀ, ਜਿਹੜਾ ਆਪਣੀ ਕਾਰ ਵਿੱਚ ਇੱਕ ਫਰਸ਼ੀ ਕੰਡਾ ਰੱਖਦਾ ਹੁੰਦਾ ਸੀ ਤੇ ਕਿਸੇ ਨਾ ਕਿਸੇ ਸਕੂਲ ਵਿੱਚ ਛਾਪਾ ਮਾਰ ਕੇ ਆਪਣੇ ਹੱਥੀਂ ਦੁਪਹਿਰ ਦੇ ਖਾਣੇ ਦਾ ਰਾਸ਼ਨ ਤੋਲਦਾ ਹੁੰਦਾ ਸੀ। ਥੋੜ੍ਹਾ ਬਹੁਤਾ ਰਾਸ਼ਨ ਵੀ ਘੱਟ ਵੱਧ ਨਿਕਲਣ ਤੇ ਮਿਡ ਡੇ ਮੀਲ ਇੰਚਾਰਜ ਅਤੇ ਉਸ ਸਕੂਲ ਦੇ ਮੁਖੀ ਨੂੰ ਉੱਥੇ ਬੈਠਾ ਹੀ ਮੁਅੱਤਲ ਕਰ ਦਿੰਦਾ ਸੀ। ਪਰ ਸਾਡੇ ਦੇਸ਼ ਦੀ ਬਦਕਿਸਮਤੀ ਵੇਖੋ ਕਿ ਉਸ ਦੇ ਕਾਰਜਕਾਲ ਦੌਰਾਨ ਹੀ ਇੱਕ ਆਦਰਸ਼ ਸਕੂਲ ਦਾ ਮਾਲਕ ਇਸ ਸਕੂਲ ਦੇ ਵਿਦਿਆਰਥੀਆਂ ਨੂੰ ਦਿੱਤਾ ਜਾਣ ਵਾਲਾ ਖਾਣਾ ਆਪਣੇ ਨਿੱਜੀ ਕਾਲਜ ਦੇ ਹੋਸਟਲ ਵਿੱਚ ਰਹਿੰਦੇ ਵਿਦਿਆਰਥੀਆਂ ਨੂੰ ਪਹੁੰਚਾਉਂਦਾ ਫੜਿਆ ਗਿਆ ਸੀ। ਪਰ ਇੱਕ ਮੰਤਰੀ ਦੇ ਇੱਕੋ ਫੋਨ ਨਾਲ ਹੀ ਇਸ ਅਧਿਕਾਰੀ ਨੇ ਕਈ ਮਣਾਂ ਦੇ ਫਰਕ ਵਾਲੇ ਉਸ ਬੰਦੇ ਨੂੰ ਆਪਣੀ ਰਿਪੋਰਟ ਵਿੱਚ ਨਿਰਦੋਸ਼ ਸਾਬਤ ਕਰ ਦਿੱਤਾ ਸੀ। ਇਸ ਬਾਰੇ ਸੋਚਦਿਆਂ ਹੀ ਮੇਰੇ ਮੂੰਹੋਂ ਅਚਾਨਕ ਨਿਕਲ ਗਿਆ, ਤੁਸੀਂ ਇੱਥੇ ਹੀ ਖਾਈ ਚੱਲੋ ਜਨਾਬ, ਅੰਬ ਦੇ ਚਾਰ ਨਾਲ ਰੋਟੀਆਂ, ਐਵੇਂ ਸਾਨੂੰ ਨਾ ਕੋਈ ਵਕਤ ਪਾ ਦਿਓ। ਅਸੀਂ ਨਹੀਂ ਗਰੀਬ ਬੱਚਿਆਂ ਦੇ ਰਾਸ਼ਨ ਵਿੱਚ ਕੋਈ ਹੇਰਾਫੇਰੀ ਕਰਦੇ, ਜਿੰਨਾ ਸਰਕਾਰ ਦੇਈ ਜਾਂਦੀ ਆ ਓਨਾ ਵਰਤਾਈ ਜਾਂਦੇ ਆ। ਅੱਲਾ ਅੱਲਾ ਖੈਰ ਸੱਲਾ। ਮੇਰਾ ਜਵਾਬ ਸੁਣ ਕੇ ਉਹ ਉੱਚੀ ਉੱਚੀ ਹੱਸਣ ਲੱਗ ਪਿਆ ਤੇ ਆਖਣ ਲੱਗਾ, ਕਿਉਂ ਵਕੀਲ ਨੂੰ ਸਰਕਾਰੀ ਰੋਟੀ ਖਵਾ ਕੇ ਜਾਤੀ ਕੰਮ ਲੈਣ ਨੂੰ ਫਿਰਦਾ ਸੀ? ਉਹ ਵਿਅੰਗ ਕਰਦਾ ਹੋਇਆ ਆਖ ਗਿਆ ਸੀ। ਅਣਜਾਣੇ ਵਿੱਚ ਹੀ ਮੈਂ ਕਾਨੂੰਨ ਦੀ ਇਸ ਕੁੰਡੀ ਨੂੰ ਤੇ ਪੇਚੀਦਗੀ ਨੂੰ ਸਮਝ ਚੁੱਕਾ ਸਾਂ। ਮੈਨੂੰ ਵਕੀਲ ਦੀ ਪਹਿਲੀ ਤਾਰੀਖ ਵਾਲੀ ਗੱਲ ਵੀ ਸਮਝ ਲੱਗ ਚੁੱਕੀ ਸੀ ਕਿ ਅਦਾਲਤ ਵਿੱਚ ਕੇਸ ਨਾਲ ਸੰਬੰਧਿਤ ਗੱਲ ਹੀ ਕੀਤੀ ਜਾ ਸਕਦੀ ਹੈ ਤੇ ਇੱਥੇ
ਸਮਾਜ ਵਿੱਚ ਹੋਣ ਜਾਂ ਵਾਪਰਨ ਵਾਲੀ ਸਧਾਰਨ ਜਿਹੀ ਘਟਨਾ ਖਾਸ ਸਮਝੀ ਜਾਂਦੀ ਹੈ ਤੇ ਸਮਾਜ ਲਈ ਖਾਸ ਘਟਨਾ ਇੱਥੇ ਆਮ ਬਣ ਕੇ ਰਹਿ ਜਾਂਦੀ ਹੈ। ਤੁਸੀਂ ਵਕੀਲਾਂ ਵਾਲੀ ਘੁੰਡੀ ਵਿੱਚ ਤਾਂ ਮੈਨੂੰ ਫਸਾ ਹੀ ਲਿਆ ਸੀ ਜੀ। ਚਲੋ ਫੇਰ ਵੀ ਆ ਜਾਇਓ ਕਿਸੇ ਦਿਨ, ਅਸੀਂ ਆਪਣੇ ਸਟਾਫ ਦੁਆਰਾ ਲਿਆਂਦੇ ਹੋਏ ਖਾਣੇ 'ਚੋਂ ਹੀ ਤੁਹਾਨੂੰ ਖਵਾ ਦਿਆਂਗੇ, ਪਰ ਅੰਬ ਦੇ ਅਚਾਰ ਨਾਲ ਰੋਟੀ ਨਹੀਂ ਖਵਾਉਂਦੇ। ਮੈਂ ਉਸ ਨੂੰ ਹੱਸਦੇ ਹੋਏ ਆਖਿਆ ਸੀ। ਮੇਰੀ ਗੱਲ ਸੁਣ ਕੇ ਉਹ ਬੋਲਿਆ, ਪੁੱਤ ਤੂੰ ਮੇਰੇ ਬੱਚਿਆਂ ਵਰਗਾ ਹੀ ਹੈ। ਤੇਰਾ ਯੋਧਾ ਚਾਚਾ ਲਾਲਿੰਦਰ ਲਾਲੀ ਮੇਰਾ ਪੱਕਾ ਆੜੀ ਸੀ। ਇਸੇ ਕਰਕੇ ਆਖ ਰਿਹਾ, ਇਹ ਅਦਾਲਤਾਂ ਨੇ। ਤੂੰ ਕਾਨੂੰਨੀ ਪੇਚੀਦਗੀਆਂ ਨੂੰ ਨਹੀਂ ਸਮਝ ਸਕਦਾ। ਇੱਥੇ ਤਾਂ ਜੇ ਘੋੜੇ ਕੋਲ ਵੀ ਸਬੂਤ ਨਹੀਂ ਕਿ ਉਹ ਘੋੜਾ ਤੇ ਵਿਰੋਧੀ ਧਿਰ ਕੋਲ ਸਿਰਫ ਇੱਕ ਅਰਜ਼ੀ ਹੈ ਕਿ ਇਹ ਘੋੜਾ ਨਹੀਂ ਹੈ ਸਗੋਂ ਇੱਕ ਗਧਾ ਹੈ, ਤਾਂ ਅਦਾਲਤ ਨੇ ਉਸ ਘੋੜੇ ਨੂੰ ਅੱਖੀਂ ਵੇਖਦੇ ਹੋਏ ਸਬੂਤਾਂ ਦੀ ਘਾਟ ਕਾਰਨ ਗਧਾ ਹੀ ਐਲਾਨ ਦੇਣਾ। ਤੂੰ ਮੇਰੀ ਰੋਟੀ ਤੇ ਅਚਾਰ ਦਾ ਮਜ਼ਾਕ ਉਡਾਉਂਦਾ ਸੀ ਨਾ। ਜਿੰਨੇ ਚੈਨ ਨਾਲ ਮੈਂ ਰੋਟੀ ਖਾਂਦਾ ਇੰਨੇ ਚੈਨ ਨਾਲ ਤਾਂ ਮੁੱਖ ਮੰਤਰੀ ਵੀ ਨਹੀਂ ਖਾ ਸਕਦਾ। ਵਕੀਲ ਨੇ ਇਹ ਗੱਲ ਮੇਰੇ ਗਿੱਟਿਆਂ 'ਤੇ ਮਾਰੀ। ਹਾਸਾ ਠੱਠਾ ਕਰਦਿਆਂ ਸਾਨੂੰ ਪਤਾ ਹੀ ਨਾ ਲੱਗਾ ਕਿ ਕਦੋਂ ਪੂਰਾ ਘੰਟਾ ਬੀਤ ਗਿਆ ਸੀ। ਕਿਸ਼ਤ 93ਵੀਂ। ਮੇਰਾ ਲਿਫਾਫਾ ਚੁੱਕਦਾ ਹੋਇਆ ਵਕੀਲ ਬੋਲਿਆ, ਚੱਲੀਏ ਪਤਾ ਕਰੀਏ ਕੀ ਸਥਿਤੀ ਹੈ। ਚਲੋ ਜੀ। ਮੈਂ ਜਲਦੀ ਨਾਲ ਉੱਠ ਖੜ੍ਹਾ ਹੋਇਆ ਤੇ ਅਸੀਂ ਜੱਜ ਦੇ ਕਮਰੇ ਵੱਲ ਨੂੰ ਹੋ ਤੁਰੇ। ਰਾਹ ਵਿੱਚ ਜਾਂਦਿਆਂ ਮੈਂ ਸੋਚ ਰਿਹਾ ਸਾਂ ਕਿ ਅੱਜ ਭਾਵੇਂ ਕੁਝ ਵੀ ਹੋ ਜਾਵੇ, ਮੈਂ ਜੱਜ ਨੂੰ ਸਾਰੀ ਸੱਚਾਈ ਬਿਆਨ ਕਰ ਦੇਣੀ ਹੈ। ਮੇਰੇ ਸੱਚ ਬੋਲਣ ਨਾਲ ਘੱਟੋ ਘੱਟ ਜੱਜ ਨੂੰ ਅਸਲੀਅਤ ਤਾਂ ਪਤਾ ਲੱਗ ਜਾਵੇਗੀ। ਨਾਲੇ ਮੇਰੇ ਬੋਲਣ ਨਾਲ ਜੱਜ ਨੂੰ ਇਹ ਵੀ ਨਹੀਂ ਲੱਗੇਗਾ ਕਿ ਵਕੀਲ ਨੂੰ ਕੁਝ ਨਹੀਂ ਆਉਂਦਾ। ਵਕੀਲ ਕੇਸ ਨਾਲ ਸੰਬੰਧਿਤ ਗੱਲਾਂ ਦੱਸੀ ਜਾਵੇਗਾ ਤੇ ਮੈਂ ਕੇਸ ਦੀ ਸਾਰੀ ਪਿੱਠ ਭੂਮੀ ਤੇ ਗੁਰਨੇਕ ਦੇ ਨਜਾਇਜ਼ ਕਬਜ਼ੇ ਬਾਰੇ ਜਾਣਕਾਰੀ ਦੇ ਦੇਵਾਂਗਾ। ਜੱਜ ਮੈਨੂੰ ਵੱਧ ਤੋਂ ਵੱਧ ਇਹ ਹੀ ਆਖ ਦੇਵੇਗੀ ਕਿ ਗੱਲ ਕੇਸ ਨਾਲ ਸੰਬੰਧਿਤ ਕਰੋ। ਮੈਂ ਅਣਜਾਣ ਜਿਹਾ ਬਣ ਕੇ ਚੁੱਪ ਕਰ ਜਾਵਾਂਗਾ। ਅਸੀਂ ਜੱਜ ਦੇ ਕਮਰੇ ਵਿੱਚ ਪੁੱਜ ਗਏ ਤੇ ਆਪਣੀ ਵਾਰੀ ਦੀ ਉਡੀਕ ਕਰਨ ਲੱਗ ਪਏ। ਪਹਿਲੇ ਦੋ ਵਕੀਲਾਂ ਦੀ ਬਹਿਸ ਖਤਮ ਹੋ ਗਈ ਤਾਂ ਜੱਜ ਨੇ ਇਸ਼ਾਰੇ ਨਾਲ ਸਾਨੂੰ ਕੋਲ ਸੱਦ ਲਿਆ ਤੇ ਕੇਸ ਦਾ ਨਾਮ ਪੁੱਛਿਆ। ਵਕੀਲ ਨੇ ਆਖਿਆ, ਗੁਰਨੇਕ ਸਿੰਘ ਬਨਾਮ ਕ੍ਰਿਸ਼ਨ ਪ੍ਰਤਾਪ। ਜੱਜ ਨੇ ਆਪਣੇ ਕੋਲ ਪਈ ਮਿਸਲ ਨੂੰ ਵੇਖਦਿਆਂ ਬਿਨਾਂ ਕੁਝ ਸੁਣੇ ਪੁੱਛੇ ਅਗਲੀ ਤਰੀਕ ਦੇ ਦਿੱਤੀ। ਚਲੋ। ਵਕੀਲ ਪਿੱਛੇ ਨੂੰ ਮੁੜਦਾ ਹੋਇਆ ਮੈਨੂੰ ਸੰਬੋਧਿਤ ਹੁੰਦਾ ਹੋਇਆ ਬੋਲਿਆ ਸੀ। ਮੇਰਾ ਦਿਲ ਹੀ ਟੁੱਟ ਗਿਆ ਸੀ। ਮੈਂ ਬੜੇ ਹੀ ਬੋਝਲ ਜਿਹੇ ਕਦਮਾਂ ਨਾਲ ਕਮਰੇ 'ਚੋਂ ਬਾਹਰ ਆ ਰਿਹਾ ਸਾਂ। ਸੋਚ ਰਿਹਾ ਸਾਂ, ਇਹ ਕੀ ਮਤਲਬ ਹੋਇਆ ਕਿ ਝੱਟ ਦੇਣੇ ਅਗਲੀ ਤਰੀਕ ਦਾ ਫੈਸਲਾ ਦੇ ਦੇਵੋ। ਮੇਰੀ ਤਾਂ ਸਾਰੀ ਦਿਹਾੜੀ ਦੀ ਕੀਤੀ ਹੋਈ ਉਡੀਕ ਬੇਕਾਰ ਚਲੀ ਗਈ ਸੀ। ਮੈਂ ਇਕੱਲਾ ਜੱਜ ਨੂੰ ਸਾਰੀ ਅਸਲੀਅਤ ਬਿਆਨ ਨਹੀਂ ਕਰ ਸਕਦਾ ਸਾਂ। ਮੈਂ ਨਿਰਾਸ਼ ਬੋਲੀ ਵਕੀਲ ਨੂੰ ਪੁੱਛਿਆ, ਇਹਨੇ ਆਪਾਂ ਨੂੰ ਤਰੀਕ ਕਿਉਂ ਦੇ ਦਿੱਤੀ? ਘੱਟੋ ਘੱਟ ਕੁਛ ਦੱਸ ਪੁੱਛ ਤਾਂ ਲੈਂਦੀ। ਵਕੀਲ ਬੋਲਿਆ, ਕਾਨੂੰਨ ਮੁਤਾਬਕ ਉਹਨਾਂ ਨੂੰ 3 ਤਰੀਕਾਂ ਮਿਲ ਸਕਦੀਆਂ ਨੇ। ਸ਼ਾਇਦ ਉਹਨਾਂ ਦਾ ਜਵਾਬ ਨਹੀਂ ਤਿਆਰ ਹੋਣਾ, ਇਸੇ ਕਰਕੇ ਉਹਨਾਂ ਨੇ ਤਿਆਰੀ ਲਈ ਤਰੀਕ ਲਈ ਹੈ। ਕੁਝ ਦੇਰ ਚੁੱਪ ਕਰਕੇ ਫਿਰ ਆਖਣ ਲੱਗਾ, ਪਤਾ ਤਾਂ ਉਹਨਾਂ ਨੂੰ ਵੀ ਆ ਕਿ ਉਹਨਾਂ ਦੇ ਕੇਸ ਵਿੱਚ ਕੁਝ ਨਹੀਂ ਹੈਗਾ, ਇਸ ਲਈ ਵੇਲਾ ਟਪਾਉਣ ਖਾਤਰ ਹੀ ਉਹਨਾਂ ਨੇ ਤਰੀਕ ਮੰਗੀ ਹੈ। ਉਹਨਾਂ ਦਾ ਮਕਸਦ ਤੈਨੂੰ ਵੱਧ ਤੋਂ ਵੱਧ ਖਰਾਬ ਕਰਨਾ ਹੈ। ਉਹ ਇਸੇ ਤਰ੍ਹਾਂ ਹੀ ਕਰਨਗੇ। ਕਿਸੇ ਨੂੰ ਖਰਾਬ ਕਰਨ ਵਾਲੇ ਕੇਸਾਂ ਵਿੱਚ ਵਕੀਲ ਅਕਸਰ ਹੀ ਅਜਿਹਾ ਕਰਦੇ ਨੇ। ਮੈਂ ਖਿਝਦੇ ਹੋਏ ਨੇ ਪੁੱਛਿਆ, ਜਦ ਉਹਨਾਂ ਨੇ ਮੇਰੇ 'ਤੇ ਕੇਸ ਠੋਕਿਆ ਹੈ ਤਾਂ ਉਹਨਾਂ ਨੇ ਪੂਰੀ ਤਿਆਰੀ ਨਾਲ ਹੀ ਕੀਤਾ ਹੋਊਗਾ। ਫਿਰ ਉਹਨਾਂ ਨੂੰ ਹੋਰ ਸਮਾਂ ਦੇਣ ਦੀ ਕੀ ਤੁੱਕ? ਵਕੀਲ ਹੱਸਦਾ ਹੋਇਆ ਬੋਲਿਆ, ਕਾਨੂੰਨ ਸਭ ਨੂੰ ਆਪਣੀ ਗੱਲ ਕਹਿਣ ਦਾ ਮੌਕਾ ਦਿੰਦਾ ਹੈ। ਮੈਂ ਦੁਖੀ ਹੋਇਆ
ਫੁੱਟ ਪਿਆ ਸਾਂ। ਧੁਰ ਫਿੱਟੇ ਮੂੰਹ ਇਹੋ ਜਿਹੇ ਕਾਨੂੰਨ ਦੇ ਜਿਹੜਾ ਲੋਕਾਂ ਨੂੰ ਖਰਾਬ ਕਰਨ ਲਈ ਬਣਾਇਆ ਗਿਆ। ਕਿਸ਼ਤ 94ਵੀਂ। ਅਸੀਂ ਚੈਂਬਰ ਵਿੱਚ ਪੁੱਜੇ ਤਾਂ ਸਾਹਮਣੇ ਯਾਦਵਿੰਦਰ ਆਇਆ ਬੈਠਾ ਸੀ। ਮੈਂ ਸਮਝ ਗਿਆ ਸਾਂ ਕਿ ਉਸ ਨੂੰ ਵੀ ਚੈਨ ਨਹੀਂ ਆਈ ਹੋਣੀ। ਇਸੇ ਲਈ ਉਹ ਸਕੂਲੋਂ ਛੁੱਟੀ ਹੋਣ ਤੋਂ ਬਾਅਦ ਘਰ ਜਾਣ ਦੀ ਬਜਾਏ ਸਿੱਧਾ ਕਚਹਿਰੀ ਆ ਗਿਆ ਸੀ। ਸਾਨੂੰ ਵੇਖ ਕੇ ਉਹ ਖੜਾ ਹੋ ਗਿਆ ਤੇ ਉਸ ਦੇ ਮੂੰਹੋਂ ਸੁਭਾਵਕ ਹੀ ਨਿਕਲਿਆ, ਕੀ ਬਣਿਆ ਫਿਰ? ਬਣਨਾ ਕੀ ਸੀ, ਘੁੱਗੂ। ਅਗਾਂਹ ਦੀ ਤਰੀਕ ਪਾ ਦਿੱਤੀ। ਮੈਂ ਨਿਰਾਸ਼ ਹੁੰਦੇ ਹੋਏ ਨੇ ਆਖਿਆ ਸੀ। ਮੇਰੀ ਗੱਲ ਸੁਣ ਕੇ ਉਹ ਵੀ ਉਦਾਸ ਹੋ ਗਿਆ ਸੀ। ਉਸ ਨੇ ਮੈਨੂੰ ਹੌਸਲਾ ਦੇਣ ਦੀ ਕੋਸ਼ਿਸ਼ ਕੀਤੀ। ਸਾਨੂੰ ਸਮਝ ਆ ਗਈ ਸੀ ਕਿ ਇਹ ਸਭ ਕੁਝ ਸਾਨੂੰ ਖਰਾਬ ਕਰਨ ਲਈ ਹੀ ਕੀਤਾ ਜਾ ਰਿਹਾ ਹੈ। ਹੁਣ ਅਸੀਂ ਵੀ ਉਹਨਾਂ ਨੂੰ ਖਰਾਬ ਕਰਨ ਲਈ ਵਕੀਲ ਦੀ ਸਲਾਹ ਲੈਣੀ ਚਾਹੀ। ਯਾਦਵਿੰਦਰ ਨੇ ਵਕੀਲ ਨੂੰ ਪੁੱਛਿਆ, ਸਰ, ਗੁਰਨੇਕ ਆਪ ਤਾਂ ਅੱਧੀ ਗਲੀ ਨੱਪੀ ਬੈਠਾ, ਆਪਾਂ ਉਹਨੂੰ ਨਾ ਖਿੱਚੀਏ ਕੇਸ ਵਿੱਚ? ਵਕੀਲ ਬੋਲਿਆ, ਉਹ ਕਬਜ਼ਾ ਕਰੀ ਬੈਠਾ, ਤੁਸੀਂ ਉਸ ਦਾ ਕੁਝ ਨਹੀਂ ਵਿਗਾੜ ਸਕਦੇ। ਅਦਾਲਤ ਨੇ ਪਹਿਲੇ ਹੱਲੇ ਹੀ ਉਸ ਨੂੰ ਸਟੇਅ ਦੇ ਦੇਣਾ। ਤੁਹਾਡੇ ਗੇੜੇ ਅਲੱਗ ਵੱਜਣ ਲੱਗ ਪੈਣਗੇ। ਮੈਂ ਵਕੀਲ ਨੂੰ ਟਾਂਚ ਲਾਉਂਦੇ ਹੋਏ ਪੁੱਛਿਆ, ਤੁਸੀਂ ਸਾਡੇ ਵਕੀਲ ਹੋ ਕਿ ਉਹਨਾਂ ਦੇ? ਸਾਡੇ ਪੱਖ ਦੀ ਕੋਈ ਵੀ ਗੱਲ ਤੁਸੀਂ ਘੱਟੇ ਵਿੱਚ ਪਾ ਦਿੰਦੇ ਹੋ। ਉਹ ਵਕੀਲ ਤਾਂ ਮੈਂ ਤੁਹਾਡਾ ਹੀ ਹਾਂ, ਪਰ ਮੈਨੂੰ ਪਤਾ ਕਿ ਤੁਹਾਡਾ ਇੱਥੇ ਕੁਝ ਨਹੀਂ ਵੱਟਿਆ ਜਾਣਾ। ਇਸ ਲਈ ਮੈਂ ਤੁਹਾਨੂੰ ਇਹ ਸਹੀ ਸਲਾਹ ਦੇ ਰਿਹਾ। ਜੇ ਮੈਂ ਤੁਹਾਨੂੰ ਖਰਾਬ ਕਰਨਾ ਹੁੰਦਾ ਤਾਂ ਮੈਂ ਤੁਹਾਨੂੰ ਇਹੋ ਜਿਹੀ ਗਲਤ ਸਲਾਹ ਦੇ ਦੇਣੀ ਸੀ। ਮੈਂ ਤੁਹਾਨੂੰ ਹੋਰ ਖਰਾਬ ਨਹੀਂ ਹੋਣ ਦੇਣਾ ਚਾਹੁੰਦਾ। ਨਹੀਂ ਤਾਂ ਮੈਨੂੰ ਕੀ ਆ, ਮੈਂ ਤਾਂ ਮੁਕੱਦਮਾ ਕੱਲ੍ਹ ਨੂੰ ਹੀ ਦਾਇਰ ਕਰ ਦਿੰਦਾ। ਤੁਸੀਂ ਆਖੋ ਤਾਂ ਸਹੀ। ਵਕੀਲ ਨੇ ਮੁਸਕਰਾਉਂਦੇ ਹੋਏ ਗੇਂਦ ਸਾਡੇ ਪਾਲੇ ਵਿੱਚ ਸੁੱਟ ਦਿੱਤੀ ਸੀ। ਅਸੀਂ ਸਮਝ ਗਏ ਕਿ ਇਹ ਵਾਕਿਆ ਹੀ ਸਹੀ ਗੱਲ ਆਖ ਰਿਹਾ ਹੈ। ਸ਼ਾਇਦ ਇਸ ਤਰ੍ਹਾਂ ਦੇ ਕੇਸ ਦਾ ਸਾਨੂੰ ਕੋਈ ਫਾਇਦਾ ਨਹੀਂ, ਸਗੋਂ ਨੁਕਸਾਨ ਹੋਣਾ ਸੀ। ਕੁਝ ਦੇਰ ਬਾਅਦ ਅਸੀਂ ਵਕੀਲ ਨੂੰ ਫਤਿਹ ਬੁਲਾ ਕੇ ਘਰ ਵੱਲ ਨੂੰ ਤੁਰ ਪਏ ਸਾਂ। ਇੱਕ ਗੱਲ ਸਾਡੇ ਮਨ ਨੂੰ ਬੜੀ ਹੀ ਖੁੜਕਣ ਲੱਗੀ ਕਿ ਇਹ ਕਿਹੋ ਜਿਹਾ ਕਾਨੂੰਨ ਹੈ ਕਿ ਇੱਕ ਬੰਦਾ ਤਾਂ ਅੱਧੀ ਗਲੀ ਨੱਪੀ ਬੈਠਾ ਹੈ। ਇਹ ਉਸ ਦਾ ਵਾਲ ਵੀ ਵਿੰਗਾ ਨਹੀਂ ਕਰ ਸਕਦਾ ਤੇ ਸਾਨੂੰ ਆਪਣੀ ਜਗ੍ਹਾ ਉੱਤੇ ਕਬਜ਼ੇ ਲਈ ਅਦਾਲਤਾਂ ਦੇ ਧੱਕੇ ਖਾਣੇ ਪੈ ਰਹੇ ਨੇ। ਅਸੀਂ ਮੋਟਰਸਾਈਕਲ ਬੜੀ ਹੀ ਧੀਮੀ ਗਤੀ ਨਾਲ ਚਲਾਉਂਦੇ ਹੋਏ ਤੇ ਸਲਾਹਾਂ ਕਰਦੇ ਹੋਏ ਘਰ ਵੱਲ ਨੂੰ ਤੁਰ ਪਏ ਸਾਂ। ਕਿਸ਼ਤ 95ਵੀਂ। ਘਰ ਪੁੱਜਦੇ ਸਾਰ ਸਾਰੇ ਘਰ ਦੇ ਸਾਡੇ ਦੁਆਲੇ ਇਕੱਠੇ ਹੋ ਗਏ ਤੇ ਅਦਾਲਤ ਦੀ ਕਹਾਣੀ ਸੰਬੰਧੀ ਸਵਾਲ ਕਰਨ ਲੱਗ ਪਏ। ਅਗਲੀ ਤਾਰੀਖ ਅਤੇ ਕੁਝ ਵੀ ਨਾ ਹੋਣ ਬਾਰੇ ਸੁਣ ਕੇ ਸਭ ਉਦਾਸ ਅਤੇ ਪਰੇਸ਼ਾਨ ਹੋ ਗਏ ਸਨ। ਸਾਰੇ ਜਣੇ ਇੱਕ ਦੂਜੇ ਦੀ ਪਰੇਸ਼ਾਨੀ ਨੂੰ ਸਮਝਦੇ ਸਨ। ਇਸ ਲਈ ਪਹਿਲਾਂ ਤੋਂ ਹੀ ਘਰ ਦੇ ਕੋਨੇ-ਕੋਨੇ ਵਿੱਚ ਪਸਰੀ ਹੋਈ ਉਦਾਸੀ ਦਾ ਮਾਹੌਲ ਹੋਰ ਵੀ ਗੰਭੀਰ ਹੋ ਗਿਆ ਸੀ। ਸਵੇਰ ਵੇਲੇ ਦੀ ਇੱਕ ਰੋਟੀ ਹੀ ਖਾਧੀ ਹੋਈ ਸੀ। ਹੁਣ 4 ਵੱਜ ਚੁੱਕੇ ਸਨ, ਪਰ ਮੈਨੂੰ ਅਜੇ ਵੀ ਭੁੱਖ ਨਹੀਂ ਸੀ ਲੱਗੀ। ਮਾਂ ਦੁਆਰਾ ਮੱਲੋ-ਮੱਲੀ ਬਣਾ ਕੇ ਦਿੱਤੀ ਗਈ ਚਾਹ ਦੀ ਇੱਕ ਘੁੱਟ ਵੀ ਅੰਦਰ ਲੰਘ ਨਹੀਂ ਸੀ ਰਹੀ। ਸਭ ਦੀ ਉਦਾਸੀ ਨੂੰ ਭਾਂਪਦਿਆਂ ਯਾਦਵਿੰਦਰ ਬੋਲਿਆ, ਚੁੱਕ ਲਿਆ ਯਾਰ ਲੈਪਟਾਪ, ਮੈਂ ਲਿਖਵਾਉਣਾ ਤੈਨੂੰ ਦਰਖਾਸਤ। ਇਹਦਾ ਕੋਈ ਫਾਇਦਾ ਤਾਂ ਹੋਣਾ ਨਹੀਂ। ਮੈਂ ਲੈਪਟਾਪ ਆਪਣੇ ਪੱਟਾਂ ਵਿੱਚ ਟਿਕਾਉਂਦੇ ਹੋਏ ਅਣਮੰਨੇ ਜਿਹੇ ਮਨ ਨਾਲ ਇਸ ਨੂੰ ਚਾਲੂ ਕਰ ਲਿਆ ਸੀ। ਨਹੀਂ ਹੁੰਦਾ ਨਾ ਹੋਣ ਦੇ। ਉਹ ਆਪਾਂ ਨੂੰ ਖਰਾਬ ਕਰਨ 'ਤੇ ਤੁਲੇ ਹੋਏ ਨੇ ਤੇ ਆਪਾਂ ਉਹਨਾਂ ਨੂੰ ਕਰੀ ਜਾਣਾ। ਚੈਨ ਨਾਲ ਤਾਂ ਗੁਰਨੇਕ ਵੀ ਨਹੀਂ ਸੌਂਗਾ। ਦਿਲ ਦਾ ਮਰੀਜ਼ ਆ, ਹੋਰ ਨਹੀਂ ਤਾਂ ਉਹਦੀ ਦਵਾਈਆਂ ਦੀ ਮਾਤਰਾ ਹੀ ਵਧੂ। ਉਸ ਨੇ ਇੰਨੇ ਜ਼ਿਆਦਾ ਸਵੈ ਵਿਸ਼ਵਾਸ ਨਾਲ ਆਖਿਆ ਸੀ ਕਿ ਮੈਨੂੰ ਕੁਝ ਹੌਸਲਾ ਮਿਲ ਗਿਆ ਸੀ। ਮਾਂ ਆਖਣ ਲੱਗੀ, ਕਬਰ 'ਚ ਲੱਤਾਂ ਨੇ ਤੇ ਆਪਾਂ ਨੂੰ ਬਿਨਾਂ ਵਜ੍ਹਾ ਪਰੇਸ਼ਾਨ ਕਰੀ ਜਾਂਦਾ। ਕੁੱਤਾ ਬੰਦਾ ਆਪ ਸਰਕਾਰੀ ਜਗ੍ਹਾ ਨੱਪੀ ਬੈਠਾ ਤੇ ਮੇਰੇ ਪੁੱਤ ਨੂੰ ਦੁਖੀ ਕੀਤਾ ਹੋਇਆ। ਕੋਈ ਨਹੀਂ, ਜਿਸ ਦਿਨ ਮਰਿਆ ਨਾ, ਇਹਦੀ ਲਾਸ਼ ਉੱਤੇ ਮਿੱਟੀ ਰੱਖ ਕੇ ਆਊਂ ਤੇ ਸਭ ਨੂੰ ਆਖੂੰਗੀ ਕਿ ਇਸ ਉੱਤੇ ਫੁੱਲ ਨਾ ਸੁੱਟੋ। ਇਸ ਨੂੰ ਮਿੱਟੀ ਨਾਲ ਮੋਹ ਸੀ, ਇਸ ਦੇ ਨਾਲ ਮਿੱਟੀ ਹੀ ਭੇਜ ਦਿਓ।
ਮੇਰੀ ਮਾਂ ਮੇਰੇ ਮਨ ਨੂੰ ਬੁਝਿਆ ਹੋਇਆ ਵੇਖ ਕੇ ਇੰਨੇ ਗੁੱਸੇ ਨਾਲ ਬੋਲੀ ਕਿ ਜੇ ਗੁਰਨੇਕ ਉਸ ਦੇ ਸਾਹਮਣੇ ਆ ਜਾਵੇ ਤਾਂ ਉਹ ਉਸ ਨੂੰ ਚੀਰ ਕੇ ਰੱਖ ਦੇਵੇ। ਸਾਡੀ ਗੱਲਬਾਤ ਸੁਣਦੇ ਹੋਏ ਅਮਤਾ ਬੋਲੀ, ਕਬਰ 'ਚ ਲੱਤਾਂ ਨਹੀਂ ਪਾਉਂਦਾ, ਵੇਖਿਆ ਨਹੀਂ ਕਿਵੇਂ ਕਲਫ ਲਾ ਕੇ ਤੇ ਖਤ ਕਢਵਾ ਕੇ ਰੱਖਦਾ ਕੰਜਰ, ਜਿਵੇਂ ਹੁਣੇ ਜੰਨ ਚੜ੍ਹਨਾ ਹੋਵੇ। ਉਸ ਦੇ ਬੋਲਾਂ ਵਿੱਚੋਂ ਨਫ਼ਰਤ ਝਲਕ ਰਹੀ ਸੀ। ਗੱਲਾਂ ਬੰਦ ਕਰਕੇ ਅਸੀਂ ਨਵੀਂ ਅਰਜ਼ੀ ਲਿਖਣੀ ਸ਼ੁਰੂ ਕਰ ਦਿੱਤੀ। ਇਸ ਅਰਜ਼ੀ ਵਿੱਚ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਪਹਿਲਾਂ ਕੀਤੀਆਂ ਬੇਨਤੀਆਂ ਉੱਪਰ ਕੋਈ ਠੋਸ ਕਾਰਵਾਈ ਨਾ ਹੋਣ ਸੰਬੰਧੀ ਯਾਦ ਪੱਤਰ ਅਤੇ ਗੁਰਨੇਕ ਦੁਆਰਾ ਕੀਤੇ ਗਏ ਨਜਾਇਜ਼ ਕਬਜ਼ੇ ਨੂੰ ਹਟਾਉਣ ਸੰਬੰਧੀ ਫਿਰ ਤੋਂ ਬੇਨਤੀ ਕੀਤੀ ਗਈ ਸੀ। ਕਿਸ਼ਤ 96ਵੀਂ। ਇਹ ਪੱਤਰ ਇੰਨੇ ਵਧੀਆ ਸ਼ਬਦਾਂ ਵਿੱਚ ਲਿਖਿਆ ਗਿਆ ਸੀ ਕਿ ਇਸ ਨੂੰ ਦੁਬਾਰਾ ਪੜ੍ਹਦਿਆਂ ਸਭ ਸੁਣਨ ਵਾਲਿਆਂ ਨੂੰ ਲੱਗਣ ਲੱਗ ਪਿਆ ਸੀ ਕਿ ਇਹ ਪੱਤਰ ਮਿਲਦੇ ਸਾਰ ਹੀ ਨਗਰ ਨਿਗਮ ਵਾਲਿਆਂ ਨੇ ਬਲਡੋਜ਼ਰ ਲੈ ਆਉਣਾ ਹੈ ਅਤੇ ਗੁਰਨੇਕ ਦੀ ਹੱਕੀ ਜਗ੍ਹਾ ਛੱਡ ਕੇ ਬਾਕੀ ਦੀ ਢਾਉਣੀ ਸ਼ੁਰੂ ਕਰ ਦੇਣੀ ਹੈ। ਯਾਦਵਿੰਦਰ ਮੈਨੂੰ ਸਮਝਾਉਣ ਲੱਗ ਪਿਆ ਸੀ ਕਿ ਇਹ ਲੜਾਈ ਹੁਣ ਕਾਨੂੰਨੀ ਬਣ ਚੁੱਕੀ ਹੈ, ਇਸ ਲਈ ਵੱਧ ਤੋਂ ਵੱਧ ਅਧਿਕਾਰੀਆਂ ਨੂੰ ਆਪਣੇ ਸ਼ਿਕਾਇਤ ਪੱਤਰ ਭੇਜਦਾ ਰਿਹਾ ਕਰ। ਕੋਈ ਤਾਂ ਇਮਾਨਦਾਰ ਜਾਂ ਜਿਉਂਦੀ ਜ਼ਮੀਰ ਵਾਲਾ ਟੱਕਰੇਗਾ ਹੀ। ਜਿਸ ਦਿਨ ਇਹ ਸਬੱਬ ਬਣ ਗਿਆ ਉਸ ਦਿਨ ਹੀ ਆਪਣੇ ਕੇਸ ਦਾ ਨਿਪਟਾਰਾ ਹੋ ਜਾਣਾ ਹੈ। ਉਸ ਸ਼ਾਮ ਨੂੰ ਹੀ ਮੈਨੂੰ SSP ਦਫ਼ਤਰ ਤੋਂ ਇੱਕ ਫੋਨ ਆ ਗਿਆ। ਫੋਨ ਕਰਨ ਵਾਲੇ ਨੇ ਆਪਣੀ ਪਹਿਚਾਣ ਦੱਸੀ ਅਤੇ ਕੇਸ ਦਾ ਥੋੜ੍ਹਾ ਜਿਹਾ ਵਿਸਥਾਰ ਪੁੱਛਿਆ ਅਤੇ ਅਗਲੇ ਦਿਨ ਦਫ਼ਤਰ ਆ ਕੇ ਆਪਣੇ ਸਾਰੇ ਸਬੂਤ ਪੇਸ਼ ਕਰਨ ਅਤੇ ਗਵਾਹ ਭੁਗਤਾਉਣ ਬਾਰੇ ਆਖਿਆ। ਉਸ ਨੇ ਨਾਲ ਹੀ ਹਦਾਇਤ ਦੇ ਦਿੱਤੀ ਕਿ ਅਜਿਹਾ ਨਾ ਹੋਣ ਦੀ ਸੂਰਤ ਵਿੱਚ ਤੁਹਾਡੀ ਸ਼ਿਕਾਇਤ ਰੱਦ ਕਰਕੇ ਇੱਕ ਤਰਫਾ ਕਾਰਵਾਈ ਕਰ ਦਿੱਤੀ ਜਾਵੇਗੀ। ਫੋਨ ਬੰਦ ਕਰਦੇ ਹੋਏ ਮੈਂ ਆਪਣੇ ਆਪ ਨਾਲ ਗੱਲ ਕੀਤੀ, ਚੱਲ ਮਨਾ, ਭੇਜ ਕੱਲ੍ਹ ਦੀ ਛੁੱਟੀ ਦੀ ਅਰਜ਼ੀ ਤੇ ਹਾਜ਼ਰ ਹੋ ਸਾਹਿਬ ਦੇ ਅੱਗੇ। ਹੁਣ ਮੈਨੂੰ ਫਿਕਰ ਹੋ ਗਿਆ ਸੀ ਕਿ ਫਿਰ ਕਿਹੜੇ ਕਿਹੜੇ ਬੰਦਿਆਂ ਨੂੰ ਨਾਲ ਲੈ ਕੇ ਜਾਵਾਂ। ਕਈਆਂ ਨੂੰ ਫੋਨ ਕੀਤੇ, ਗੁਜ਼ਾਰੇ ਜੋਗੇ ਬੰਦੇ ਤਿਆਰ ਹੋ ਗਏ ਸਨ। ਇਹ ਜਾਂਚ ਉਪ ਮੁੱਖ ਮੰਤਰੀ ਨੂੰ ਕੀਤੀ ਗਈ ਸ਼ਿਕਾਇਤ ਵਾਲੀ ਸੀ। ਅਗਲੇ ਦਿਨ ਮੈਂ ਤੇ ਮੇਰੇ ਪਿਤਾ ਜੀ ਠੀਕ 9 ਵਜੇ SSP ਦਫ਼ਤਰ ਵਿੱਚ ਪਹੁੰਚ ਗਏ। ਹੌਲੀ ਹੌਲੀ ਸਾਡੇ ਸਾਥੀ ਵੀ ਆਉਣੇ ਸ਼ੁਰੂ ਹੋ ਗਏ ਸਨ। ਦਫ਼ਤਰ ਵਿੱਚ ਅਜੇ ਬਹੁਤੀ ਰੌਣਕ ਨਹੀਂ ਸੀ ਹੋਈ। ਮੈਂ ਦਫ਼ਤਰ ਦੇ ਕਰਮਚਾਰੀ ਕੋਲ ਜਾ ਕੇ ਆਪਣੇ ਆਉਣ ਦੀ ਸੂਚਨਾ ਦੇ ਦਿੱਤੀ। ਉਸ ਨੇ ਬਾਹਰ ਬੈਠ ਕੇ ਉਡੀਕ ਕਰਨ ਲਈ ਆਖ ਦਿੱਤਾ। ਦਫ਼ਤਰ ਵਿੱਚ ਲੋਕ ਆ ਰਹੇ ਸਨ ਤੇ ਮੁੜ ਕੇ ਵੀ ਜਾ ਰਹੇ ਸਨ। 11:30 ਵਜੇ ਦਾ ਸਮਾਂ ਹੋ ਚੁੱਕਾ ਸੀ, ਪਰ ਅਜੇ ਤੱਕ ਸਾਹਿਬ ਦੇ ਆਉਣ ਦੀ ਕੋਈ ਵੀ ਬਿੜਕ ਨਹੀਂ ਸੀ। ਹੁਣ ਕੀਤਾ ਵੀ ਕੀ ਜਾ ਸਕਦਾ ਸੀ। 12:15 ਵਜੇ ਸਾਨੂੰ ਦਫ਼ਤਰ ਦੇ ਕਰਮਚਾਰੀਆਂ ਵਿੱਚ ਕੁਝ ਹਿਲਜੁਲ ਹੁੰਦੀ ਮਹਿਸੂਸ ਹੋਈ। ਸਭ ਕਾਹਲੇ ਕਦਮੀ ਆਪੋ ਆਪਣੀਆਂ ਸੀਟਾਂ ਵੱਲ ਜਾ ਰਹੇ ਸਨ। ਕਈ ਤੇਜ਼ੀ ਨਾਲ ਤੁਰੇ ਜਾਂਦੇ ਆਪਣੇ ਜਿੰਮੇ ਲੱਗੇ ਕੰਮਾਂ ਬਾਰੇ ਚਰਚਾ ਕਰਦੇ ਜਾ ਰਹੇ ਸਨ। 10 ਮਿੰਟ ਬਾਅਦ SSP ਅਤੇ SP ਤੇਜ਼ੀ ਨਾਲ ਆਉਂਦੇ ਵਿਖਾਈ ਦਿੱਤੇ। ਉਹਨਾਂ ਦੇ ਲੰਘਣ ਸਮੇਂ ਉੱਥੇ ਮੌਜੂਦ ਬੈਠੇ ਹੋਏ ਲੋਕ ਖੜ੍ਹੇ ਹੋ ਗਏ ਸਨ। ਬਾਹਰ ਫਿਰਦੇ ਮੁਲਾਜ਼ਮਾਂ ਨੇ ਸਲੂਟ ਮਾਰਨੇ ਸ਼ੁਰੂ ਕਰ ਦਿੱਤੇ ਸਨ। ਮੇਰੇ ਨਾਲ ਆਏ ਕਿਸੇ ਵੀ ਵਿਅਕਤੀ ਨੇ ਉੱਠਣ ਦੀ ਖੇਚਲ ਨਹੀਂ ਸੀ ਕੀਤੀ। ਸ਼ਾਇਦ ਸਾਰੇ ਸਮਝਦੇ ਸਨ ਕਿ ਅਜਿਹੇ ਅਧਿਕਾਰੀਆਂ ਦੇ ਆਉਣ 'ਤੇ ਖੜ੍ਹੇ ਹੋਣਾ ਸਨਮਾਨ ਦਾ ਅਪਮਾਨ ਕਰਨ ਦੇ ਸਮਾਨ ਹੈ। ਕਿਸ਼ਤ 97ਵੀਂ। ਮੈਂ 2-3 ਵਾਰ ਦਰਵਾਜ਼ੇ ਦੇ ਮੂਹਰੇ ਖੜ੍ਹੇ ਸੰਤਰੀ ਨੂੰ ਆਪਣੀ ਵਾਰੀ ਬਾਰੇ ਪੁੱਛ ਆਇਆ ਸਾਂ, ਪਰ ਹਰ ਵਾਰ ਜਦੋਂ ਸਾਹਿਬ ਆਉਣਗੇ ਆਵਾਜ਼ ਮਾਰ ਦਿਆਂਗਾ ਜੀ ਦਾ ਰਟਿਆ ਰਟਾਇਆ ਜਵਾਬ ਸੁਣ ਕੇ ਮੈਂ ਫਿਰ ਆਪਣੀ ਸੀਟ ਉੱਤੇ ਆ ਕੇ ਬੈਠ ਜਾਂਦਾ। 3:30 ਵਜੇ SP ਆਪਣੇ ਕਮਰੇ ਤੋਂ ਬਾਹਰ ਆਇਆ ਅਤੇ ਇੱਕਦਮ ਪੌੜੀਆਂ ਉਤਰ ਗਿਆ।
ਉਸ ਦੇ ਗਨਮੈਨ ਰਸਤੇ 'ਚੋਂ ਲੋਕਾਂ ਨੂੰ ਪਰੇ ਕਰਦੇ ਹੋਏ ਤੇਜ਼ੀ ਨਾਲ ਸਾਡੀਆਂ ਅੱਖਾਂ ਤੋਂ ਓਹਲੇ ਹੋ ਗਏ। ਮੈਂ ਫਿਰ ਦਫ਼ਤਰ ਦੇ ਅੰਦਰ ਜਾ ਕੇ ਸਾਹਿਬ ਦੇ ਰੀਡਰ ਤੋਂ ਪੁੱਛਿਆ ਤਾਂ ਪਤਾ ਲੱਗਿਆ ਕਿ DIG ਸਾਹਿਬ ਦੀ ਕੋਈ ਜ਼ਰੂਰੀ ਮੀਟਿੰਗ ਆ ਗਈ ਹੈ। ਉਸ ਨੇ ਮੈਨੂੰ ਸਵੇਰੇ ਆ ਜਾਣ ਦਾ ਹੁਕਮ ਸੁਣਾ ਦਿੱਤਾ ਸੀ। ਮੈਂ ਬੜੀ ਨਿਰਾਸ਼ਾ ਨਾਲ ਆ ਕੇ ਆਪਣੇ ਸਭ ਸਾਥੀਆਂ ਨੂੰ ਇਹ ਖਬਰ ਸੁਣਾਈ। ਸਾਨੂੰ ਸ਼ੱਕ ਸੀ ਕਿ ਸ਼ਾਇਦ ਸਾਹਿਬ ਕੱਲ੍ਹ ਨੂੰ ਵੀ ਨਹੀਂ ਆਵੇਗਾ। ਇਸ ਲਈ ਹੀ ਸਾਨੂੰ ਦੂਜੇ ਦਿਨ ਆਉਣ ਲਈ ਆਖਿਆ ਗਿਆ ਹੈ। ਸਾਂਝੀ ਸਲਾਹ ਇਹ ਬਣੀ ਕਿ ਮੈਂ ਸਵੇਰੇ ਆ ਕੇ SP ਦੇ ਆਉਣ ਦਾ ਪਤਾ ਕਰਾਂ ਅਤੇ ਫਿਰ ਸਭ ਨੂੰ ਫੋਨ ਕਰ ਦੇਵਾਂ। ਸਾਰੇ ਜਣੇ SP ਨੂੰ ਗਾਲਾਂ ਕੱਢਦੇ ਹੋਏ ਆਪੋ ਆਪਣੇ ਘਰੀਂ ਚਲੇ ਗਏ ਸਨ। ਮੇਰੇ ਲਈ ਹੁਣ ਅਗਲੇ ਦਿਨ ਲਈ ਫਿਰ ਗਵਾਹਾਂ ਅਤੇ ਬੰਦਿਆਂ ਨੂੰ ਇਕੱਠੇ ਕਰਨ ਦਾ ਬੋਝ ਸਿਰ 'ਤੇ ਆਣ ਖੜਾ ਸੀ। ਮੈਨੂੰ ਅਫਸੋਸ ਵੀ ਹੋ ਰਿਹਾ ਸੀ ਕਿ ਇੰਨੇ ਬੰਦੇ ਸਿਰਫ ਸਾਡੇ ਕਰਕੇ ਹੀ ਖਰਾਬ ਹੋ ਰਹੇ ਹਨ। ਅਗਲੀ ਸਵੇਰ ਮੈਂ ਫਿਰ ਠੀਕ 9 ਵਜੇ ਦਫ਼ਤਰ ਵਿੱਚ ਜਾ ਕੇ ਬੈਠ ਗਿਆ। ਦਫ਼ਤਰ ਅਜੇ ਖਾਲੀ ਸੀ। ਕੇਵਲ 2 ਸਫਾਈ ਕਰਮਚਾਰੀ ਪੋਚੇ ਲਾਉਂਦੇ ਫਿਰ ਰਹੇ ਸਨ। 9:30 ਵਜੇ ਆਵਾਜਾਈ ਸ਼ੁਰੂ ਹੋ ਗਈ। ਮੈਂ ਕਮਰੇ ਵਿੱਚ ਜਾ ਕੇ ਇੱਕ ਮੁਲਾਜ਼ਮ ਨੂੰ ਸਾਹਿਬ ਦੀ ਆਮਦ ਬਾਰੇ ਪੁੱਛਿਆ ਤਾਂ ਉਹ ਮੈਨੂੰ ਰੁੱਖਾ ਜਿਹਾ ਬੋਲਿਆ। ਸਾਹਿਬ ਨੇ ਮੈਨੂੰ ਦੱਸ ਕੇ ਆਉਣਾ? ਬਹਿ ਜਾ ਉੱਥੇ ਤੇ ਉਡੀਕ ਕਰ ਲੈ ਝੱਟ। ਉਹ ਅਜੇ ਵੀ ਬੋਲੀ ਜਾ ਰਿਹਾ ਸੀ, ਪਰ ਮੈਂ ਬਾਹਰ ਆਉਣ ਵਿੱਚ ਹੀ ਆਪਣੀ ਭਲਾਈ ਸਮਝੀ। ਉਂਝ ਮੈਂ ਸਮਝ ਗਿਆ ਸਾਂ ਕਿ ਉਸ ਕਰਮਚਾਰੀ ਨੇ ਮੈਨੂੰ ਪਹਿਚਾਣ ਲਿਆ ਸੀ ਕਿ ਮੈਂ ਉਸ ਦੇ ਇੱਕ ਸਹਿਕਰਮੀ ਜਪਨਾਮ ਦੇ ਵਿਰੁੱਧ ਸ਼ਿਕਾਇਤ ਕੀਤੀ ਹੋਈ ਹੈ ਅਤੇ ਉਸ ਦੇ ਸਬੰਧ ਵਿੱਚ ਹੀ ਇੱਥੇ ਆਇਆ ਹਾਂ। ਜਦ ਉੱਥੇ ਕਾਫੀ ਸਾਰਾ ਇਕੱਠ ਹੋ ਗਿਆ ਤੇ ਲਗਭਗ ਸਾਰੇ ਸਾਹਿਬ ਦੇ ਆਉਣ ਬਾਰੇ ਪੁੱਛ ਚੁੱਕੇ ਸਨ ਤਾਂ ਮੈਨੂੰ ਵੀ ਪਤਾ ਲੱਗ ਗਿਆ ਕਿ ਸਾਹਿਬ ਅੱਜ ਜ਼ਰੂਰ ਬੈਠੇਗਾ। 11 ਵਜੇ ਜਦ ਮੈਨੂੰ ਸਾਹਿਬ ਦੇ ਆਉਣ ਬਾਰੇ ਪੱਕਾ ਯਕੀਨ ਹੋ ਗਿਆ ਤਾਂ ਮੈਂ ਆਪਣੇ ਸਭ ਸਮਰਥਕਾਂ ਨੂੰ ਫੋਨ ਕਰ ਦਿੱਤੇ। 11:45 ਵਜੇ ਮੈਨੂੰ ਛੋਟਾ ਸਾਹਿਬ ਆਉਂਦਾ ਨਜ਼ਰੀ ਪੈ ਗਿਆ। ਅੱਜ ਦਫ਼ਤਰ ਵਿੱਚ ਪਹਿਲਾਂ ਨਾਲੋਂ ਜ਼ਿਆਦਾ ਭੀੜ ਸੀ। ਕਿਸ਼ਤ 98ਵੀਂ। ਮੇਰੇ ਸਾਥੀ ਵੀ ਆਰਾਮ ਨਾਲ ਆ ਰਹੇ ਸਨ। 1:30 ਵੱਜ ਚੁੱਕਾ ਸੀ, ਪਰ ਅੱਜ ਸਾਹਿਬ ਲੰਚ ਕਰਨ ਲਈ ਨਹੀਂ ਸੀ ਉੱਠਿਆ। ਉਸ ਦੇ ਲੰਚ ਕਰਨ ਲਈ ਨਾ ਉੱਠਣ ਕਾਰਨ ਦਫ਼ਤਰ ਦੇ ਕਈ ਕਰਮਚਾਰੀ ਨਿਰਾਸ਼ ਵੀ ਲੱਗ ਰਹੇ ਸਨ। ਸਾਹਿਬ ਮਿਲਣ ਵਾਲਿਆਂ ਨੂੰ ਸੱਦਾ ਭੇਜੀ ਜਾ ਰਿਹਾ ਸੀ। ਅੱਜ ਉਸ ਨੂੰ ਮਿਲਣ ਵਾਲੇ ਪਤਾ ਨਹੀਂ ਕਿੱਥੋਂ ਕੀੜਿਆਂ ਦੇ ਭੌਣ ਵਾਂਗ ਨਿਕਲ ਆਏ ਸਨ। ਮੈਨੂੰ ਮਿਲਣ ਵਾਲਿਆਂ 'ਤੇ ਗੁੱਸਾ ਆ ਰਿਹਾ ਸੀ, ਕਿਉਂਕਿ ਸਾਹਿਬ ਨੇ ਮਿਲਣ ਵਾਲਿਆਂ ਨੂੰ ਮਿਲ ਕੇ ਹੀ ਮਾਮਲਿਆਂ ਦੀਆਂ ਪੜਤਾਲਾਂ ਵਾਲਾ ਕੰਮ ਨਿਪਟਾਉਣਾ ਸ਼ੁਰੂ ਕਰਨਾ ਸੀ। ਸ਼ੁਕਰ ਤਾਂ ਇਸ ਗੱਲ ਦਾ ਸੀ ਕਿ ਅੱਜ ਸਾਹਿਬ ਬੈਠਾ ਰਿਹਾ ਸੀ। ਅੱਜ ਨਹੀਂ ਉੱਠਦਾ? ਲੱਗਦਾ ਕਿਸੇ ਅੱਕੇ ਹੋਏ ਨੇ ਸੀਟ ਉੱਤੇ ਫੈਵੀਕੋਲ ਪਾ ਦਿੱਤੀ ਹੋਣੀ ਆ। ਤੇਜ ਸਿੰਘ ਨੇ ਮਜ਼ਾਕ ਦੇ ਰੌਂ ਵਿੱਚ ਸਾਡੇ ਉਦਾਸੇ ਚਿਹਰਿਆਂ 'ਤੇ ਮੁਸਕਾਨ ਲਿਆਉਣ ਦਾ ਯਤਨ ਕਰਦਿਆਂ ਆਖਿਆ ਸੀ। DTF ਵਾਲੇ ਪ੍ਰੇਮ ਸਿੰਘ ਨੇ ਆਖਿਆ, ਗੱਲ ਬੈਠਣ ਦੀ ਨਹੀਂ, ਆਪਾਂ ਨੂੰ ਸੱਦਣ ਦੀ ਤੇ ਇਨਸਾਫ ਕਰਨ ਦੀ ਆ। ਜਦ ਕਿਸੇ ਪੁਲਿਸ ਵਾਲੇ ਦੇ ਖਿਲਾਫ ਸ਼ਿਕਾਇਤ ਕੀਤੀ ਹੁੰਦੀ ਆ ਨਾ ਤਾਂ ਇਹ ਸਾਰੇ ਇਕੱਠੇ ਹੋ ਜਾਂਦੇ ਨੇ ਤੇ ਬੰਦੇ ਨੂੰ ਬਹੁਤ ਖਰਾਬ ਕਰਨ ਦਾ ਯਤਨ ਕਰਦੇ ਨੇ। ਸਾਡਾ ਤਾਂ ਇਹਨਾਂ ਨਾਲ ਨਿੱਤ ਦਾ ਵਾਹ। ਗੁਰਦੀਪ ਵੈਰੋਕੇ ਨੇ ਆਖਿਆ ਸੀ। ਕ੍ਰਾਂਤੀਕਾਰੀ ਭਾਰਤੀ ਮਜ਼ਦੂਰ ਜਥੇਬੰਦੀ ਵਿੱਚ ਲੰਬੇ ਸਮੇਂ ਤੋਂ ਕੰਮ ਕਰਦਿਆਂ ਹੋਣ ਕਾਰਨ ਉਸ ਦਾ ਤਜਰਬਾ ਬੋਲ ਰਿਹਾ ਸੀ। ਜੇ ਇੰਜ ਲੋਟ ਨਹੀਂ ਆਉਂਦੇ ਤਾਂ ਆਪਾਂ ਧਰਨਾ ਮੁਜ਼ਾਹਰਾ ਨਾ ਕਰ ਲਈਏ। ਅਮਨ ਮਟਵਾਣੀ ਨੇ ਸਭ ਦੀ ਸਲਾਹ ਪੁੱਛਣੀ ਚਾਹੀ ਤੇ ਸਭ ਦੇ ਚਿਹਰਿਆਂ ਵੱਲ ਧਿਆਨ ਨਾਲ ਵੇਖਿਆ। ਇਹਨਾਂ ਨੇ ਆਖ ਦੇਣਾ ਕਿ ਮਾਮਲਾ ਅਦਾਲਤ ਵਿੱਚ ਹੈ, ਇਸ ਲਈ ਪੁਲਿਸ ਕੁਝ ਨਹੀਂ ਕਰ ਸਕਦੀ। ਧਰਨਾ ਮੁਜ਼ਾਹਰਾ ਕਰਨ ਨੂੰ ਤਾਂ ਭਾਵੇਂ ਆਪਾਂ ਕੱਲ੍ਹ ਨੂੰ ਵੀ ਕਰ ਲਈਏ, ਪਰ ਹੁਣ ਆਪਣੇ ਹੱਥ ਪੱਲੇ ਕੁਝ ਨਹੀਂ ਪੈਣਾ। ਪਹਿਲਾਂ ਕਰ ਲੈਂਦੇ ਤਾਂ ਕਰ ਲੈਂਦੇ। DTF ਦੇ ਜ਼ਿਲ੍ਹਾ ਪ੍ਰਧਾਨ ਦਿਗਵਿਜੇ ਨੇ ਆਪਣੀ ਸਲਾਹ ਦਿੱਤੀ ਸੀ।
ਤਦ ਸਾਨੂੰ ਆਵਾਜ਼ ਪੈ ਗਈ। ਮੈਂ ਵੇਖਿਆ ਕਿ ਸਾਰਾ ਦਫ਼ਤਰ ਖਾਲੀ ਹੋ ਚੁੱਕਾ ਸੀ। ਸਾਹਿਬ ਨੂੰ ਮਿਲਣ ਲਈ ਸਿਰਫ ਅਸੀਂ ਹੀ ਰਹਿ ਗਏ ਸਾਂ। ਇਸ ਲਈ ਸਾਨੂੰ ਆਵਾਜ਼ ਮਾਰਨੀ ਉਹਨਾਂ ਦੀ ਇੱਕ ਮਜਬੂਰੀ ਬਣ ਗਈ ਸੀ। ਕਿਸ਼ਤ 99ਵੀਂ। ਅਸੀਂ ਕਮਰੇ ਅੰਦਰ ਗਏ ਤਾਂ ਐਸਪੀ ਨੇ ਸਾਨੂੰ ਬੈਠਣ ਦਾ ਇਸ਼ਾਰਾ ਕੀਤਾ। ਇੰਨੇ ਵਿੱਚ ਹੀ ਗੁਰਨੇਕ, ਜਪਨਾਮ ਅਤੇ ਮਲਕੀਤ ਵੀ ਅੰਦਰ ਆ ਗਏ। ਜਪਨਾਮ ਤੇ ਮਲਕੀਤ ਨੇ ਸਾਹਿਬ ਨੂੰ ਸਲੂਟ ਮਾਰਿਆ ਤੇ ਉਹ ਤਿੰਨੇ ਜਣੇ ਉੱਥੇ ਹੀ ਖੜੇ ਰਹੇ ਜਿੰਨਾ ਚਿਰ ਸਾਹਿਬ ਨੇ ਉਹਨਾਂ ਨੂੰ ਬੈਠਣ ਲਈ ਨਾ ਆਖਿਆ। ਸਾਨੂੰ ਸਭ ਨੂੰ ਹੈਰਾਨੀ ਵੀ ਹੋਈ ਕਿ ਇਹ ਕਿਵੇਂ ਆ ਗਏ ਹਨ ਤੇ ਪਹਿਲਾਂ ਸਾਨੂੰ ਕਿਉਂ ਨਹੀਂ ਦਿਸੇ। ਐਸਪੀ ਨੇ ਗੱਲ ਸ਼ੁਰੂ ਕੀਤੀ। ਤੁਸੀਂ ਉਪ ਮੁੱਖ ਮੰਤਰੀ ਨੂੰ ਸ਼ਿਕਾਇਤ ਕੀਤੀ ਆ? ਇੱਕ ਮੈਂ ਤੁਹਾਨੂੰ ਦੱਸ ਦਿੰਦਾ ਕਿ ਤੁਸੀਂ ਭਾਵੇਂ ਅਮਰੀਕਾ ਦੇ ਰਾਸ਼ਟਰਪਤੀ ਤੱਕ ਪਹੁੰਚ ਕਰ ਲਵੋ, ਆਉਣਾ ਹੀ ਆ ਉਹਨੇ ਇਸੇ ਹਫ਼ਤੇ ਇੰਡੀਆ, ਪਰ ਮੈਂ ਗਲੀ ਵਿੱਚ ਵਿੰਗ ਨਹੀਂ ਪੈਣ ਦੇਣਾ। ਆਹ ਸੱਦੇ ਨੇ ਮੈਂ ਆਪਣੇ ਕਰਮਚਾਰੀ, ਤੁਸੀਂ ਜਿਵੇਂ ਹੁੰਦਾ ਇਹਨਾਂ ਨਾਲ ਸਮਝੌਤਾ ਕਰ ਲਓ। ਆਪਣੇ ਵੱਲੋਂ ਉਸ ਨੇ ਫੈਸਲਾ ਸੁਣਾ ਦਿੱਤਾ ਸੀ। ਸਾਡੀ ਜਥੇਬੰਦੀ ਕਿਸੇ ਵੀ ਮੁਲਾਜ਼ਮ ਦਾ ਨੁਕਸਾਨ ਕਰਨ ਦੀ ਨੀਤੀ 'ਤੇ ਨਹੀਂ ਚੱਲਦੀ, ਇਸ ਲਈ ਅਸੀਂ ਇਹਨਾਂ ਦਾ ਵੀ ਕੋਈ ਨੁਕਸਾਨ ਕਰਨ ਲਈ ਦਿਲੋਂ ਰਾਜ਼ੀ ਨਹੀਂ ਹਾਂ। ਅਸੀਂ ਸਮਝੌਤਾ ਵੀ ਕਰ ਲਵਾਂਗੇ, ਪਰ ਸਾਨੂੰ ਸਾਡੀ ਆਪਣੀ ਜਗ੍ਹਾ ਉੱਤੇ ਕਬਜ਼ਾ ਚਾਹੀਦਾ, ਜਿਹੜਾ ਕਿ ਪੁਲਿਸ ਵਿਭਾਗ ਦੀ ਦਖਲ ਅੰਦਾਜ਼ੀ ਕਾਰਨ ਰੁਕਿਆ ਪਿਆ। DTF ਵਾਲੇ ਸੁਰਿੰਦਰ ਸਿੰਘ ਨੇ SP ਨੂੰ ਜ਼ਰਾ ਕਰੜਾ ਹੁੰਦਿਆਂ ਆਖਿਆ ਸੀ। SP ਪਹਿਲਾਂ ਨਾਲੋਂ ਉੱਚੀ ਕੜਕਿਆ। ਮੇਰੀ ਗੱਲ ਸੁਣ ਲਓ ਕੰਨ ਖੋਲ੍ਹ ਕੇ। ਮੈਂ ਗਲੀ ਦੇ ਲੋਕਾਂ ਦੀ ਮਰਜ਼ੀ ਤੋਂ ਬਿਨਾਂ ਉੱਥੇ ਕੰਧ ਨਹੀਂ ਹੋਣ ਦੇਣੀ। ਤੁਸੀਂ ਐਵੇਂ ਸ਼ਿਕਾਇਤਾਂ ਕਰੀ ਜਾਂਦੇ ਹੋ, ਨਾਲੇ ਆਪ ਖਰਾਬ ਹੋਈ ਜਾਂਦੇ ਹੋ, ਨਾਲੇ ਸਾਡਾ ਵਕਤ ਖਰਾਬ ਕਰੀ ਜਾਂਦੇ ਹੋ। ਸਰ, ਮੁਹੱਲੇ ਵਾਲਾ ਤਾਂ ਇਹਨਾਂ ਨਾਲ ਕੋਈ ਵੀ ਨਹੀਂ, ਜੇ ਹੁੰਦਾ ਤਾਂ ਇਹਨਾਂ ਦੇ ਨਾਲ ਤੁਰਦਾ ਨਾ ਤੇ ਇਹਨਾਂ ਦੇ ਹੱਕ ਵਿੱਚ ਗਵਾਹੀਆਂ ਵੀ ਦਿੰਦਾ। ਇਹ ਤਿੰਨੇ ਹੀ ਰੌਲਾ ਪਾਈ ਜਾਂਦੇ ਆ ਜੀ। ਉਹ ਅੰਕਲ ਦਾ ਤਾਂ ਆਪ ਗਲੀ ਦੇ ਉੱਤੇ ਕਬਜ਼ਾ ਕੀਤਾ ਹੋਇਆ। ਮੈਂ SP ਨੂੰ ਗੁਰਨੇਕ ਵੱਲ ਇਸ਼ਾਰਾ ਕਰਦੇ ਹੋਏ ਆਖਿਆ ਸੀ। ਮੇਰੀ ਇਹ ਗੱਲ ਸੁਣ ਕੇ ਗੁਰਨੇਕ ਭੜਕ ਉੱਠਿਆ। ਐਵੇਂ ਬਕਵਾਸ ਕਰੀ ਜਾਂਦੇ ਆ ਜੀ, ਮੇਰਾ ਮਕਾਨ ਬਣੇ ਨੂੰ ਤਾਂ 30 ਸਾਲ ਹੋ ਗਏ, ਕਿਸੇ ਨੇ ਰੌਲਾ ਨਹੀਂ ਪਾਇਆ। ਇਹ ਕੱਲ੍ਹ ਦੇ ਆ ਕੇ ਸਾਨੂੰ ਖਰਾਬ ਕਰਦੇ ਤੁਲੇ ਹੋਏ ਨੇ। ਬਕਵਾਸ ਸ਼ਬਦ ਅਜੇ ਗੁਰਨੇਕ ਦੇ ਮੂੰਹੋਂ ਨਿਕਲਿਆ ਹੀ ਸੀ ਕਿ ਮੇਰੇ ਨਾਲ ਦੇ ਆਏ ਸਾਰੇ ਜਣੇ ਉਸ ਨੂੰ ਟੁੱਟ ਕੇ ਪੈ ਗਏ। ਮੂੰਹ ਸੰਭਾਲ ਕੇ ਗੱਲ ਕਰ ਓਏ, ਸਾਨੂੰ ਪਤਾ ਤੇਰੀਆਂ ਸਾਰੀਆਂ ਕਰਤੂਤਾਂ ਦਾ। ਸਾਰਾ ਇਲਾਕਾ ਤੇਰੇ ਬਾਰੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦਾ। ਬਾਹਰ ਚੱਲ, ਤੈਨੂੰ ਬੋਲਣਾ ਸਿਖਾਉਂਦੇ ਆ। ਇਹਨੇ ਅਜੇ ਆਪਣੇ ਹੱਥ ਨਹੀਂ ਵੇਖੇ। ਆਹ ਪੁਲਸੀਆਂ ਦੇ ਸਿਰ 'ਤੇ ਚਾਂਭਲੀ ਜਾਂਦਾ, ਦੱਸਦੇ ਆ ਤੈਨੂੰ ਪਤਾ। ਬਾਹਰ ਨਿਕਲ ਜਰਾ। ਅਖਾੜਾ ਖਿੱਲਰ ਜਾਣ ਦੀ ਹੱਦ 'ਤੇ ਆ ਗਿਆ ਸੀ। ਕਿਸ਼ਤ 100ਵੀਂ। ਰੌਲਾ ਸੁਣ ਕੇ SP ਖੜ੍ਹਾ ਹੋ ਗਿਆ ਤੇ ਰੋਹਬ ਨਾਲ ਸਭ ਨੂੰ ਸ਼ਾਂਤ ਕਰਵਾਉਣ ਦਾ ਯਤਨ ਕਰਨ ਲੱਗ ਪਿਆ ਸੀ। ਆਪਣਾ ਵੱਸ ਨਾ ਚੱਲਦਾ ਵੇਖ ਕੇ ਘੰਟੀਆਂ ਵਜਾਉਣ ਲੱਗ ਪਿਆ। ਬਾਹਰੋਂ ਉਸ ਦਾ ਗੇਟਕੀਪਰ ਭੱਜਿਆ ਆਇਆ ਤੇ ਉਸ ਨੇ ਉਸ ਨੂੰ ਹੁਕਮ ਕਰ ਦਿੱਤਾ, ਸੱਦੋ ਮੁਲਾਜ਼ਮ ਤੇ ਬਾਹਰ ਕੱਢ ਇਹਨਾਂ ਨੂੰ। ਸਾਹਿਬ ਦਾ ਹੁਕਮ ਸੁਣਦਿਆਂ ਉਹ ਬਾਹਰ ਵੱਲ ਨੂੰ ਭੱਜ ਤੁਰਿਆ। ਇੰਨੇ ਨੂੰ ਰੌਲਾ ਵੀ ਠੰਡਾ ਹੋਣ ਲੱਗ ਪਿਆ ਤੇ ਅਸੀਂ ਗੁਰਨੇਕ ਦੁਆਰਾ ਵਰਤੀ ਗਈ ਸ਼ਬਦਾਵਲੀ 'ਤੇ ਇਤਰਾਜ਼ ਉਠਾਇਆ। ਕੁਝ ਦੇਰ ਬਹਿਸ ਹੋਣ ਤੋਂ ਬਾਅਦ ਸ਼ਾਂਤੀ ਹੋ ਚੁੱਕੀ ਸੀ। ਅੰਦਰ ਆ ਵੜੇ ਤਿੰਨੇ ਮੁਲਾਜ਼ਮ SP ਦੇ ਇਸ਼ਾਰਾ ਕਰਨ 'ਤੇ ਬਾਹਰ ਚਲੇ ਗਏ। SP ਨੇ ਗੁਰਨੇਕ ਦੀ ਉਹ ਲਾਹ-ਪਾ ਕੀਤੀ ਕਿ ਉਸ ਦੀ ਤਾਂ ਭੂਤਨੀ ਹੀ ਭੁੱਲ ਗਈ ਸੀ। ਉਹ ਆਪਣੀ ਬੇਇੱਜ਼ਤੀ ਮੰਨਦਾ ਹੋਇਆ ਕੁਰਸੀ ਉੱਤੇ ਸੁੰਗੜ ਕੇ ਬੈਠ ਗਿਆ ਸੀ। ਫਿਰ ਗੁੱਸੇ ਵਿੱਚ ਹੀ SP ਨੇ ਹੁਕਮ ਸੁਣਾਇਆ, ਮੈਨੂੰ ਨਹੀਂ ਲੱਗਦਾ ਕਿ ਤੁਹਾਡਾ ਕੋਈ ਸਮਝੌਤਾ ਹੋ ਸਕੇਗਾ। ਜਾਓ ਬਾਹਰ, ਰੀਡਰ ਨੂੰ ਆਪੋ ਆਪਣੇ ਬਿਆਨ ਲਿਖਵਾ ਦਿਓ। ਮੈਂ ਆਪੇ ਵੇਖ ਲਵਾਂਗਾ ਕਿ ਕੀ ਕਾਰਵਾਈ ਕਰਨੀ ਬਣਦੀ ਹੈ। ਸਾਡੇ ਸਭ ਦੇ ਬਿਆਨ ਤਾਂ ਉਹ ਹੀ ਸਨ। ਉਸ ਦਿਨ ਇਹਨਾਂ ਬਿਆਨਾਂ ਵਿੱਚ ਇੱਕ ਗੱਲ ਹੋਰ ਵੱਧ ਦਰਜ ਕਰਵਾਉਣੀ ਸੀ ਕਿ ਜਿਸ DSP ਨੇ ਪਹਿਲਾਂ ਜਾਂਚ ਕੀਤੀ ਹੈ, ਉਹ ਖੁਦ ਕਈ ਸੰਗੀਨ ਮਾਮਲਿਆਂ ਦਾ ਸਾਹਮਣਾ ਕਰ ਰਿਹਾ ਹੈ
ਅਤੇ ਉਹ ਇੱਕ ਦਾਗੀ ਅਧਿਕਾਰੀ ਹੈ। ਇਸ ਲਈ ਹੀ ਉਹ ਆਪਣੀ ਦਿੱਤੀ ਹੋਈ ਰਿਪੋਰਟ ਵਿੱਚ ਨਜਾਇਜ਼ ਕਬਜ਼ਾ ਧਾਰਕ ਦੀ ਮਦਦ ਕਰਕੇ ਗਿਆ ਹੈ। ਸਾਨੂੰ ਇਹ ਰਿਪੋਰਟ ਪ੍ਰਵਾਨ ਨਹੀਂ। ਇਸ ਲਈ ਇਸ ਮਾਮਲੇ ਦੀ ਦੁਬਾਰਾ ਜਾਂਚ ਪੜਤਾਲ ਕਰਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਸਾਰੇ ਜਣੇ ਖੁਸ਼ ਸਨ ਕਿ ਚਲੋ ਸਾਹਿਬ ਨੂੰ ਸੱਚੀ ਗੱਲ ਪਤਾ ਲੱਗ ਗਈ ਹੈ ਅਤੇ ਉਹ ਦੂਜੀ ਧਿਰ ਨੂੰ ਵੀ ਟੁੱਟ ਕੇ ਪੈਣ ਲੱਗ ਪਿਆ ਹੈ। ਅਸੀਂ ਆਪਣੇ ਸਾਰੇ ਸਬੂਤ ਪੇਸ਼ ਕਰ ਦਿੱਤੇ ਸਨ ਅਤੇ ਗਵਾਹਾਂ ਦੇ ਬਿਆਨ ਵੀ ਲਿਖਵਾ ਦਿੱਤੇ। ਸਾਰੀ ਦਿਹਾੜੀ ਮੈਨੂੰ ਇੱਕ ਗੱਲ ਰੜਕਦੀ ਰਹੀ ਸੀ ਕਿ ਇਸ ਵਿਭਾਗ ਦੀਆਂ ਗੁੱਝੀਆਂ ਗੱਲਾਂ ਬਾਰੇ ਇਸ਼ਾਰਾ ਦੇਣ ਵਾਲਾ ਸੋਹਣੀ ਜਿਹੀ ਪੱਗ ਵਾਲਾ ਉਹ ਪੁਲਸੀਆ ਮੈਨੂੰ 2 ਦਿਨਾਂ ਵਿੱਚ ਹੀ ਨਹੀਂ ਸੀ ਮਿਲਿਆ। ਮੈਨੂੰ ਇੱਕ ਇਹ ਫਿਕਰ ਵੀ ਪੈ ਗਿਆ ਕਿ ਕਿਤੇ ਕਿਸੇ ਨੇ ਉਸ ਦੀ CID ਕਰ ਦਿੱਤੀ ਹੈ ਕਿ ਉਸ ਨੇ ਮੈਨੂੰ ਮਹਿਕਮੇ ਦੀ ਕੋਈ ਬੇਹੱਦ ਗੁਪਤ ਗੱਲ ਦੱਸ ਦਿੱਤੀ ਹੈ ਤੇ ਸ਼ਾਇਦ ਇਸੇ ਕਾਰਨ ਉਸ ਦੀ ਬਦਲੀ ਕਿਧਰੇ ਹੋਰ ਕਰ ਦਿੱਤੀ ਹੋਵੇ। ਫਿਰ ਸੋਚਿਆ ਕਿ ਉਹਨੇ ਵਿਚਾਰੇ ਨੇ ਮੈਨੂੰ ਕਿਹੜਾ ਅਜਿਹਾ ਬੰਬ ਦੇ ਦਿੱਤਾ ਸੀ ਜਿਸ ਨਾਲ ਮੈਂ ਇਸ ਮਹਿਕਮੇ ਦੇ ਪਰ ਖੱਚੇ ਉਡਾ ਦੇਣੇ ਸੀ। ਇਸ ਉਧੇੜਬੁਣ ਵਿੱਚ ਮੈਂ ਆਪਣੇ ਪਿਤਾ ਜੀ ਨਾਲ ਘਰ ਪੁੱਜ ਚੁੱਕਾ ਸਾਂ।